65,49,399 ਜਿਹੜੀਆਂ ਨੇ ਉਹ ਇੰਜੈਕਸ਼ਨਸ ਟੈਬਲੇਟਸ ਤੇ ਅਲੱਗ-ਅਲੱਗ ਯੂਨਿਟਸ ਜਿਹੜੇ ਆ ਉਹ ਇਸ ਸਮੇਂ ਦੇ ਦੌਰਾਨ ਜ਼ਬਤ ਕੀਤੇ ਗਏ ਆ। ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਰਿਕਵਰ ਕੀਤੀ ਹੈ, ਜਿਹਦੇ ਚ 12 ਕਰੋੜ 33 ਲੱਖ ਜਿਹੜਾ ਰੁਪਇਆ ਵਾ ਡਰੱਗ ਮਨੀ ਜਿਹੜੀ ਹੈ ਰਿਕਵਰ ਕੀਤੀ ਹੈ। ਜਿਹੜੇ ਵਹੀਕਲ ਇਨਵੋਲਵ ਸੀਗੇ 3261 ਵਹੀਕਲ ਕਨਫਿਸਕੇਟ ਕੀਤੇ ਗਏ ਆ ਔਰ ਇਸ ਸਮੇਂ ਦੇ ਦੌਰਾਨ 954 ਜਿਹੜੇ ਪ੍ਰੋਕਲੇਮਡ ਅਫੈਂਡਰ ਨੇ ਐਨਡੀਪੀਐਸ ਐਕਟ ਦੇ ਉਹ ਅਰੈਸਟ ਕੀਤੇ ਗਏ, ਕਿਉਂਕਿ ਇੱਕ ਸਪੈਸ਼ਲ ਕੈਂਪੇਨ ਪ੍ਰੋਕਲੇਮਡ ਅਫੈਂਡਰਸ ਦੇ ਖਿਲਾਫ ਵੀ ਚਲਾਇਆ ਗਿਆ ਸੀ ਇਸ ਸਮੇਂ ਦੇ ਦੌਰਾਨ। ਇਸੇ ਤਰ੍ਹਾਂ ਜਿਹੜੀਆਂ ਪਿਛਲੇ ਹਫਤੇ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹ ਵੀ ਦੱਸਣਾ ਚਾਹਾਂਗਾ ਮੈਂ। ਪਿਛਲੇ ਹਫਤੇ ਦੇ ਵਿੱਚ 205 FIR ਦਰਜ ਕੀਤੀਆਂ ਗਈਆਂ, 297 ਅਕਿਊਜ਼ਡ ਅਰੈਸਟ ਕੀਤੇ ਗਏ ਤੇ 32 ਜਿਹੜੇ ਨੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਰਜਿਸਟਰ ਕੀਤੇ ਗਏ ਆ, ਜਿਹਦੇ ਚ 56 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਆ। 5.5 ਕਿਲੋ ਹੈਰੋਇਨ ਪਿਛਲੇ ਹਫਤੇ ਫੜੀ ਗਈ ਹੈ। ਇਸੇ ਤਰ੍ਹਾਂ ਓਪੀਐਮ ਜਿਹੜੀ ਹੈ 11 ਕਿਲੋ ਓਪੀਐਮ ਤੇ 10 ਹੋਰ ਪੀਓਜ਼ ਜਿਹੜੇ ਨੇ ਅਰੈਸਟ ਕੀਤੇ ਗਏ ਆ। ਸੋ ਕੁੱਲ 964 ਪੀਓ ਜਿਹੜੇ ਨੇ ਇਸ ਪੂਰੀ ਕੈਂਪੇਨ ਦੇ ਟਾਈਮ ਦੇ ਉੱਤੇ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਆ। ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਜਿਹੜੇ ਬਾਕੀ ਸਪੈਸ਼ਲਾਈਜ਼ਡ ਵਿੰਗਸ ਨੇ ਉਹਨਾਂ ਨੇ ਵੀ ਇਸ ਸਮੇਂ ਦੇ ਦੌਰਾਨ ਕਾਫੀ ਉਪਲਬਧੀਆਂ ਜਿਹੜੀਆਂ ਪ੍ਰਾਪਤ ਕੀਤੀਆਂ, ਜਿਹਦੇ 'ਚ ਜਿਹੜੀ AGTF ਜਿਹਦਾ ਸਪੈਸ਼ਲੀ ਗਠਨ ਕੀਤਾ ਗਿਆ ਸੀਗਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ, ਉਹਨਾਂ ਨੇ ਟੋਟਲ ਜਿਹੜੇ ਨੇ ਗੈਂਗਸਟਰ ਜਿਹੜੇ ਇਸ ਸਮੇਂ ਦੇ ਦੌਰਾਨ ਅਰੈਸਟ ਕੀਤੇ ਆ ਜਾਂ ਥਰੂ ਡਿਸਟ੍ਰਿਕਟ ਪੁਲਿਸ ਅਰੈਸਟ ਕੀਤੇ ਆ, ਉਹ 688 ਗੈਂਗਸਟਰ ਅਰੈਸਟ ਕੀਤੇ ਆ ਔਰ 5 ਜਿਹੜੇ ਨੇ ਹਾਰਡਕੋਰ ਕ੍ਰਿਮੀਨਲਸ ਜਿਹੜੇ ਨਿਊਟਰਲਾਈਜ਼ ਕੀਤੇ ਗਏ ਆ। ਇਸੇ ਤਰ੍ਹਾਂ ਜਿਹੜੇ ਮੋਡਿਊਲਸ ਬਸਟ ਕੀਤੇ 208 ਗੈਂਗਸਟਰਸ ਦੇ ਮੋਡਿਊਲਸ ਬਸਟ ਕੀਤੇ ਗਏ ਆ ਔਰ 667 ਵੈਪਨਸ ਅਲੱਗ-ਅਲੱਗ ਤਰ੍ਹਾਂ ਦੇ ਰਿਕਵਰ ਕੀਤੇ ਆ। 157 ਜਿਹੜੇ ਨੇ ਵਹੀਕਲ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਸੀਗੇ ਵਹੀਕਲਸ ਰਿਕਵਰ ਕੀਤੇ ਆ। ਇਸੇ ਤਰ੍ਹਾਂ AGTF ਨੇ ਵੀ ਆਪਣੇ ਕੰਟਰੀਬਿਊਸ਼ਨ ਦੇ ਨਾਲ 44 ਕਿਲੋ ਜਿਹੜੀ ਆ ਹੈਰੋਇਨ ਰਿਕਵਰ ਕੀਤੀ ਆ। ਸਿਮਿਲਰਲੀ ਜਿਹੜਾ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਆ ਉਹਨਾਂ ਨੇ ਐਂਟੀ ਟੈਰਰਿਜ਼ਮ ਫਰੰਟ ਦੇ ਉੱਤੇ ਵੀ ਕਾਫੀ ਕੰਮ ਕੀਤਾ ਪਿਛਲੇ ਸਮੇਂ ਦੇ ਦੌਰਾਨ, ਜਿਹਦੇ 'ਚ 18 ਜਿਹੜੇ ਨੇ ਟੈਰਰਿਸਟ ਮੋਡਿਊਲਸ ਬਸਟ ਕੀਤੇ ਗਏ ਆ ਔਰ 143 ਟੈਰਰਿਸਟ ਓਬਲੀਕ ਰੈਡੀਕਲਸ ਜਿਹੜੇ ਹਾਰਡਕੋਰ ਸੀਗੇ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਇਨਵੋਲਵਡ ਸੀਗੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਵੈਪਨਸ, ਜਿਹਦੇ 'ਚ 31 ਰਾਈਫਲਸ, 209 ਪਿਸਟਲਸ, 5 ਟਿਫਨ IDs ਤੇ 6.78 kg ਜਿਹੜਾ ਨਾ RDX ਉਹ ਰਿਕਵਰ ਕੀਤਾ ਗਿਆ। ਡਰੋਨਸ ਜਿਹੜੇ ਨੇ ਕਨਫਿਸਕੇਟ ਕੀਤੇ ਗਏ ਨੇ 51 ਡਰੋਨਸ, ਉਹ BSF ਦੇ ਨਾਲ ਮਦਦ ਦੇ ਨਾਲ ਪੰਜਾਬ ਪੁਲਿਸ ਨੇ ਬਾਰਡਰ ਏਰੀਆ ਦੇ ਵਿੱਚ 51 ਜਿਹੜੇ ਡਰੋਨ ਨੇ ਉਹ ਕਨਫਿਸਕੇਟ ਕੀਤੇ ਆ। ਸਿਮਿਲਰਲੀ ਡਰੱਗਸ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਆਪਾਂ ਇੱਕ ਕੈਂਪੇਨ ਚਲਾਈ ਸੀਗੀ ਕਿ ਜਿਹੜੇ ਵੱਡੇ ਸਮਗਲਰਸ ਆ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ। ਸੋ ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਹੋਇਆ। ਟੋਟਲ ਜਿਹੜੇ ਕੇਸਿਸ ਨੇ 66 ਐਸੇ ਕੇਸਿਸ ਆ ਜਿਹਦੇ ਵਿੱਚ ਸਮਗਲਰਸ ਦੀ ਪ੍ਰਾਪਰਟੀ ਫੋਰਫਿਟ ਕੀਤੀ ਗਈ ਆ। ਸੋ ਟੋਟਲ ਜਿਹੜੀ ਪ੍ਰਾਪਰਟੀ ਫੋਰਫਿਟ ਕੀਤੀ ਗਈ ਆ ਉਹ 26 ਕਰੋੜ 72 ਲੱਖ ਦੀ ਪ੍ਰਾਪਰਟੀ ਫੋਰਫਿਟ ਕੀਤੀ ਹੈ, ਜਿਹਦੇ ਵਿੱਚ ਸਭ ਤੋਂ ਵੱਧ ਬਰਨਾਲਾ ਜ਼ਿਲ੍ਹੇ ਦੇ ਵਿੱਚ 13 ਕੇਸਿਸ ਦੇ ਵਿੱਚ ਪ੍ਰਾਪਰਟੀ ਫੋਰਫੀਚਰ ਹੋਇਆ, ਫਾਜ਼ਿਲਕਾ ਦੇ ਵਿੱਚ 9 ਕੇਸਿਸ 'ਚ ਹੋਇਆ, ਮਲੇਰਕੋਟਲਾ 'ਚ 6 ਕੇਸਿਸ 'ਚ ਹੋਇਆ। STF ਤੇ ਤਰਨਤਾਰਨ ਜ਼ਿਲ੍ਹੇ ਨੇ ਅਲੱਗ-ਅਲੱਗ ਆਪਣੇ ਤੌਰ ਤੇ 5-5 ਕੇਸਿਸ ਦੇ ਵਿੱਚ ਜਿਹੜੀ ਆ ਪ੍ਰਾਪਰਟੀ ਫੋਰਫੀਚਰ ਕੀਤੀ ਹੈ। ਸੋ ਇਸ ਦੇ ਉੱਤੇ ਹੋਰ ਕੈਂਪੇਨ ਜਿਹੜੀ ਆ ਜਾਰੀ ਹੈ, ਕਿਉਂਕਿ NDPS ਐਕਟ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਆ ਕਿ ਜਿਹੜੇ ਵੀ ਲੋਕ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਨਵੋਲਵਡ ਨੇ ਜਾਂ ਜਿਨ੍ਹਾਂ ਨੂੰ ਕਨਵਿਕਸ਼ਨ ਹੁੰਦੀ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਕੰਪੀਟੈਂਟ ਅਥਾਰਟੀ ਤੋਂ ਅਪਰੂਵਲ ਲੈ ਕੇ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਵੀਜ਼ਨ ਆ, ਜਿਹਦੇ ਨਾਲ ਜਿਹੜੇ ਲੋਕ ਵੱਡੇ ਸਮਗਲਰ ਡਰੱਗਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੇਕ ਲੱਗਦਾ ਹੈ, ਇੱਕ ਤਰ੍ਹਾਂ ਦਾ ਲੱਕ ਤੋੜਨ ਵਾਲੀ ਗੱਲ ਸਾਬਤ ਹੁੰਦੀ ਆ। ਸੋ ਸਾਰੇ ਜ਼ਿਲ੍ਹੇ ਇਸ ਦੇ ਉੱਤੇ ਸਪੈਸ਼ਲ ਕੈਂਪੇਨ ਚਲਾ ਕੇ ਅੱਗੇ ਵੀ ਲੱਗੇ ਹੋਏ ਆ ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਪ੍ਰਾਪਰਟੀ ਫੋਰਫੀਚਰ ਦੇ ਜਿਹੜੇ ਮਾਮਲੇ ਆ ਉਹ ਦੇਖਣ ਨੂੰ ਮਿਲਣਗੇ ਆਪਾਂ ਨੂੰ। ਸੋ ਇਹ ਡਰੱਗਸ ਦੇ ਉੱਤੇ, ਗੈਂਗਸਟਰਸ ਦੇ ਉੱਤੇ, ਟੈਰਰਿਜ਼ਮ ਦੇ ਉੱਤੇ ਜਿਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰ ਰਹੀ ਆ, ਇਹ ਕੈਂਪੇਨ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਸੇ ਤਰ੍ਹਾਂ ਹੀ ਅਗਲੇ ਆਉਂਦੇ ਟਾਈਮ ਦੇ ਵਿੱਚ ਵੀ ਜਾਰੀ ਰਹੇਗਾ। ਸਰ ਅੱਜ ਵੀ CM ਸਾਹਿਬ ਦੀ ਮੀਟਿੰਗ ਹੋਈ ਹੈ ਨਸ਼ੇ ਨੂੰ ਲੈ ਕੇ, ਕਾਫੀ ਉਪਲਬਧੀ ਹੈ, ਹੋਰ ਵੀ ਜਿਹੜਾ NDPS ਮਾਮਲੇ 'ਚ ਵੀ ਜੋ ਸ਼ੋਧ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਡਰੋਨ ਦੀ ਤੁਸੀਂ ਗੱਲ ਕੀਤੀ ਹੈ, ਕਿਸ ਤਰ੍ਹਾਂ ਕੋਆਰਡੀਨੇਸ਼ਨ ਜਿਹੜਾ ਹੋ ਰਿਹਾ ਜਿੱਦਾਂ ਪਿਛਲੇ ਦਿਨਾਂ ਦੇਖੋ ਬਹੁਤ ਅੱਛਾ ਹੈ, ਜਿਸ ਤਰ੍ਹਾਂ ਮੈਂ ਦੱਸਿਆ ਬਾਕੀ ਏਜੰਸੀਜ਼ ਦੇ ਨਾਲ BSF ਦੇ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਹੈ ਪੰਜਾਬ ਪੁਲਿਸ ਦਾ। ਅੱਜ ਮਾਨਯੋਗ ਗ੍ਰਹਿ ਮੰਤਰੀ ਜੀ ਦੇ ਨਾਲ ਇੱਕ ਵੀਡੀਓ ਕਾਨਫਰੰਸ ਹੋਈ ਸੀਗੀ, ਮਾਨਯੋਗ CM ਸਾਹਿਬ ਦੀ
ਤੇ ਬਾਕੀ ਆਫੀਸਰਸ ਦੀ ਉਹਦੇ ਵਿੱਚ ਵੀ ਜਿਹੜੇ ਇਸ਼ੂਜ਼ ਪੰਜਾਬ ਨਾਲ ਰਿਲੇਟਡ ਨੇ ਉਹ ਟੇਕ ਅਪ ਕੀਤੇ ਗਏ ਔਰ ਪੰਜਾਬ ਦੇ ਵਿੱਚ ਡਰੱਗਸ ਦੇ ਅਗੇਂਸਟ ਜਿਹੜੀ ਡਰਾਈਵ ਚੱਲ ਰਹੀ ਹੈ ਉਹਨੂੰ ਹੋਰ ਸਟਰੈਂਥਨ ਕੀਤਾ ਜਾਊਗਾ ਆਉਂਦੇ ਦਿਨਾਂ ਦੇ ਵਿੱਚ। सर उन्होंने मेंशन किया ड्रोन्स मैकेनिज्म के लिए एंटी ड्रोन क्या मैकेनिज्म्स हैं नहीं वो अलग है जी, दैट इज़ वेरी टेक्निकल। उसमें अभी बहुत सारी डेवलपमेंट्स चल रही हैं, बीएसएफ भी वर्क कर रही है, स्टेट पुलिस हमारे लोग भी उसमें, हमने भी एक टीम बनाई है, वो भी कर रहे हैं और सेंट्रल लेवल पे भी ये चल रहा है। तो इसको बेसिकली टेक्नोलॉजी है कि उसको डिटेक्ट किया जाए और डिटेक्ट करने के बाद प्रॉपर इन्वेस्टिगेशन हो फर्दर आगे। ये सर 51 जो ड्रोन है सर इस साल का आंकड़ा है या अभी तक का है? जे 51 का जो एक साल में जो इंटरनल सिक्योरिटी विंग ने, पंजाब पुलिस ने बॉर्डर एरिया में जो कन्फिस्केट किए हैं वो 51 एक साल का है, जुलाई से लेके अब तक का। जब से हमने ये कैंपेन, ये जो स्पेशल कैंपेन हमने शुरू की थी ये 5 जुलाई से स्टार्ट की थी, तो ये 5 जुलाई से लेके अब तक का आंकड़ा है जो 51 22 से 23 तक। ਤੇ ਆਪਣਾ ਜੇ ਸਰ ਜਦੋਂ ਮੀਟਿੰਗ ਦੀ ਕੁਝ ਆਪਣਾ ਕੁਝ ਸੈਂਟਰ ਦੇ ਦਿਮਾਗ ਵਿੱਚ ਚੀਜ਼ ਰੱਖੀ ਹੈਗੀ ਹੈ ਇਹ ਡਿਟੇਲਸ ਮੇਰੇ ਕੋਲੇ ਨਹੀਂ ਹੈਗੀਆਂ ਜੀ ਸਾਰੀਆਂ, ਬਟ ਮੇਨ ਇਸ਼ੂਜ਼ ਜਿਹੜੇ ਪੰਜਾਬ ਨਾਲ ਰਿਲੇਟਡ ਉਹ ਮੈਂ ਤੁਹਾਨੂੰ ਦੱਸ ਦਿੱਤੇ ਆ ਜਿਹੜੇ। ਇੱਕ ਤਾਂ ਐਨਸੀਬੀ ਦਾ ਸੈਂਟਰ ਬਣਨਾ ਅੰਮ੍ਰਿਤਸਰ ਦੇ ਵਿੱਚ, ਉਹਦੇ ਲਈ ਲੈਂਡ ਆਲਰੇਡੀ ਜਿਹੜੀ ਆ ਪ੍ਰੋਵਾਈਡ ਕਰ ਦਿੱਤੀ ਗਈ ਹੈ ਤੇ ਬਾਕੀ ਪ੍ਰੋਸੈਸ ਜਿਹੜਾ ਵਾ ਪਾਈਪਲਾਈਨ 'ਚ ਉਹ ਚੱਲ ਰਿਹਾ ਵਾ ਸਾਰਾ ਪ੍ਰੋਸੈਸ। ਔਰ ਜਿੱਥੇ ਜਿੱਥੇ ਬਾਰਡਰ ਏਰੀਆ ਨੂੰ ਸਟਰੈਂਥਨ ਕਰਨ ਦੀ ਗੱਲ ਆ ਉਹ ਵੀ ਟੇਕ ਅਪ ਕੀਤਾ ਜਾ ਰਿਹਾ ਵਾ। सर एनडीपीएस एक्ट में शोध करने की बात हुई है, क्या उसको वो जरूरत है? ਉਹ ਅਜੇ ਕੁਝ ਪ੍ਰੋਵੀਜ਼ਨਸ ਆ, ਉਹ ਅਜੇ ਡਿਟੇਲਸ ਫਰਦਰ ਸ਼ੇਅਰ ਕਰਾਂਗੇ ਤੁਹਾਡੇ ਨਾਲ। ਜਿਸ ਤਰ੍ਹਾਂ ਪੰਚਾਇਤ ਦੇ ਨਾਲ ਕੋਆਰਡੀਨੇਸ਼ਨ ਕਰਨ ਦੀ ਗੱਲ ਕੀਤੀ ਗਈ ਹੈ ਸੀਐਮ ਸਾਹਿਬ ਵੱਲੋਂ, ਜੀ, ਜੀ, ਕਿ ਜੀ। ਪਿੰਡਾਂ ਦੇ ਜਿਹੜਾ ਪੰਚਾਇਤ ਉਹ ਕਿਸ ਤਰ੍ਹਾਂ ਹੁਣ ਕੋਆਰਡੀਨੇਟ ਕਰੋਗੇ, ਕੋਈ ਰਣਨੀਤੀ ਤਿਆਰ, ਕੋਈ ਰੂਟ ਮੈਪ ਤਿਆਰ ਕੀਤਾ? ਨਹੀਂ ਉਹਦਾ ਇੱਕ ਰੋਡ ਮੈਪ ਤਿਆਰ ਕਰਾਂਗੇ। ਦੇਖੋ ਸਾਰੇ ਐਸਐਸਪੀਜ਼ ਨੂੰ, ਸੀਪੀਜ਼ ਨੂੰ ਇੱਕ ਹਦਾਇਤਾਂ ਸੀ ਕਿ ਕਮਿਊਨਿਟੀ ਨੂੰ ਇਨਵੋਲਵ ਕੀਤਾ ਜਾਵੇ ਡਰੱਗਸ ਦੇ ਵਿੱਚ, ਕਿਉਂਕਿ ਇਨਫੋਰਸਮੈਂਟ ਇੱਕ ਪਾਰਟ ਆ ਜਿਹੜਾ ਪੁਲਿਸ ਕਰਦੀ ਆ, ਜਿਹੜਾ ਆਪਾਂ ਜਿਹਦੀ ਆਪਾਂ ਗੱਲ ਕਰ ਰਹੇ ਇਨਫੋਰਸਮੈਂਟ ਆ, ਇਹਦੇ ਵਿੱਚ ਹੋਰ ਬਾਕੀ ਐਕਟੀਵਿਟੀਜ਼ ਦੀ ਵੀ ਜ਼ਰੂਰਤ ਆ, ਲੋਕਾਂ ਦੀ ਇਨਵੋਲਵਮੈਂਟ ਦੀ ਜ਼ਰੂਰਤ ਆ, ਅਵੇਅਰਨੈਸ ਦੀ ਜ਼ਰੂਰਤ ਆ। ਸੋ ਪੰਚਾਇਤਾਂ ਨੂੰ ਐਕਟਿਵਲੀ ਇਨਵੋਲਵ ਕੀਤਾ ਜਾਏਗਾ ਇਸ ਚੀਜ਼ ਇਹ ਵਿੱਚ। ਸਰ ਤੁਸੀਂ 1 ਸਾਲ ਹੋ ਗਿਆ ਇਹ ਪ੍ਰੋਜੈਕਟ ਚਲਾਇਆ ਹੋਇਆ ਹੈ, ਕਮਿਊਨਿਟੀ ਨੂੰ ਇਨਵੋਲਵ ਕਰਨ ਦੀ ਗੱਲ ਕਰ ਰਹੇ ਹੋ। ਰੀਸੈਂਟਲੀ ਕੇਸ ਮਾਨਸਾ ਤੋਂ ਸਰਕਸ ਹੋਇਆ ਹੈ, ਇੱਕ ਦੂਸਰੇ ਦਾ ਡਰਗ ਦੂਸਰੇ ਹੈ ਉਹ ਪਰਵਿੰਦਰ ਸਿੰਘ ਛੋਟਾ, ਉਸਨੇ ਡਰਗ ਜਿਹੜੇ ਸੈਲ ਕਰਨ ਦੇ ਐਕਚੁਅਲੀ ਸੀਗੇ ਬੰਦੇ, ਉਹਨਾਂ ਨੂੰ ਪਕੜਿਆ ਹੈ। ਉਸ ਤੋਂ ਬਾਅਦ ਚ ਪੁਲਿਸ ਉਹਨੂੰ ਚੱਕ ਕੇ ਲੈ ਗਈ ਔਰ ਜੁਡੀਸ਼ੀਅਲੀ ਕਸਟਡੀ ਚ ਉਹਨੂੰ ਭੇਜ ਦਿੱਤਾ ਗਿਆ ਜੀ। ਇਹਦੇ ਬਾਰੇ ਥੋੜਾ ਜਿਹਾ ਚਾਨਣਾ ਮੇਰੇ ਕੋਲੇ ਨਹੀਂ, ਮੈਨੂੰ ਇਹਦੇ ਬਾਰੇ ਨਹੀਂ, ਇਹ ਤਾਂ ਲੋਕਲ ਪੁਲਿਸ ਜਿਹੜੀ ਹੈ ਜਾਂ ਐਸਐਸਪੀ ਮਾਨਸਾ ਹੈ ਉਹਨਾਂ ਦੇ ਕੋਲੇ ਜ਼ਿਆਦਾ ਡਿਟੇਲ ਹੋਏਗੀ। ਜੇ ਤੁਹਾਨੂੰ ਚਾਹੀਦੀ ਹੈ ਡਿਟੇਲ ਲੈ ਕੇ ਸ਼ੇਅਰ ਕਰ ਦਿੱਤੀ ਕਮਿਊਨਿਟੀ ਜਾਵੇਗੀ। ਕਿਵੇਂ ਇਨਵੋਲਵ ਹੋਏਗੀ ਜੀ ਇਸ ਤਰ੍ਹਾਂ? ਨਹੀਂ ਇੱਕ ਕੇਸ ਬਾਰੇ ਆਪਾਂ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਜਦੋਂ ਤੱਕ ਡਿਟੇਲਸ ਪਤਾ ਨਾ ਹੋਣ ਜੀ ਉਦੋਂ ਤੱਕ ਕਿਸੇ ਵੀ ਚੀਜ਼ ਬਾਰੇ ਟਿੱਪਣੀ ਕਰਨੀ ਇੰਪੋਸੀਬਲ ਆ। ਕਮਿਊਨਿਟੀ ਦੀ ਇਨਵੋਲਵਮੈਂਟ ਜਿਹੜੀ ਆ ਉਹ ਕਈ ਤਰ੍ਹਾਂ ਨਾਲ ਹੁੰਦੀ ਹੈ, ਜਿਸ ਤਰ੍ਹਾਂ ਹੁਣ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀਜ਼ ਨੇ ਸਪੈਸ਼ਲੀ ਸਪੋਰਟਸ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ। ਯੂਥ ਦੀ ਇਨਵੋਲਵਮੈਂਟ ਚਾਹੀਦੀ ਆ, ਪੰਚਾਇਤ ਦੀ ਇਨਵੋਲਵਮੈਂਟ ਚਾਹੀਦੀ ਆ, ਜਿਹੜੇ ਇੱਕ ਪਾਰਟਿਕੂਲਰ ਏਜ ਗਰੁੱਪ ਤੋਂ ਆਪਾਂ ਉਹਨੂੰ ਕੈਟਾਗਰਾਈਜ਼ ਕਰ ਸਕਦੇ ਆ, ਉਸ ਤੋਂ ਥੱਲੇ ਉਸ ਤੋਂ ਉੱਤੇ ਦੇ ਸਾਰਿਆਂ ਦੀ ਇਨਵੋਲਵਮੈਂਟ ਚਾਹੀਦੀ ਆ। ਜਿਹੜਾ ਇੱਕ ਸਪੈਸੀਫਿਕ ਕੇਸ ਆ ਉਹਦੀਆਂ ਡਿਟੇਲਸ ਜਦੋਂ ਤੱਕ ਪੂਰੀਆਂ ਪਤਾ ਨਾ ਹੋਣ ਉਹਦੇ ਬਾਰੇ ਟਿੱਪਣੀ ਨਹੀਂ ਦਿੱਤੀ ਜਾ ਮਾਨਸਾ ਦੇ ਸਕਦੀ। ਬਹੁਤ ਸਾਰੇ ਲੋਕਾਂ ਨੇ ਸਰ ਧਰਨਾ ਲਗਾਇਆ ਹੋਇਆ ਉੱਥੇ ਜੀ। ਮੈਂ ਉਹੀ ਤਦੇ ਕਹਿ ਰਿਹਾ ਜੀ, ਉਹ ਲੋਕਲ ਜਿਹੜੇ ਆ ਨਾ ਉਹੀ ਦੱਸ ਸਕਦੇ ਆ ਕੀ ਸਰਕਮਸਟੈਂਸਿਸ ਸੀਗੇ, ਕੀ ਇਸ਼ੂ ਸੀਗੇ, ਜਾਂ ਕੀ ਉੱਥੇ ਇਹੋ ਜਿਹਾ ਇਸ਼ੂ ਆਇਆ ਹੈ ਜਿਹਦੇ ਕਰਕੇ ਐਕਸ਼ਨ ਲੈਣਾ ਪਿਆ, ਉਹ ਲੋਕਲ ਹੀ ਦੱਸ ਸਕਦੇ ਆ। SSP ਮਾਨਸਾ ਤੋਂ ਕੋਈ ਡਿਟੇਲ ਹਾਂ ਮੈਂ ਲੈ ਸਕਦਾ ਜੀ, ਲੈ ਲਵਾਂਗਾ ਡਿਟੇਲ। ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਝੋਟੇ ਨੂੰ ਫਸਾਇਆ ਗਿਆ, ਇਹ ਗੱਲ ਨਿਕਲ ਕੇ ਬਾਹਰ ਆਈ ਕਿ ਜਿਸ ਬੰਦੇ ਨੂੰ ਉਹਨਾਂ ਨੇ ਦੱਸਿਆ ਪੁਲਿਸ ਨੂੰ ਕਿ ਇਹ ਬੰਦਾ ਡਰੱਗਸ ਵੇਚਦਾ ਜਾਂ ਕੁਝ ਵੀ, ਪੁਲਿਸ ਨੇ ਇਹ ਕਿਹਾ ਕਿ ਉਹ ਬੰਦਾ ਸੁਸਾਈਡ ਕਰ ਸਕਦਾ ਜਾਂ ਇਸਦਾ ਨਾਮ ਲੈ ਰਿਹਾ, ਇਸ ਕਰਕੇ ਸਾਨੂੰ ਚੱਕਣਾ ਪੈ ਰਿਹਾ। ਨਹੀਂ ਮੈਂ ਜਿੱਦਾਂ ਤੁਹਾਨੂੰ ਕਿਹਾ ਜੀ, ਜਦੋਂ ਤੱਕ ਕੇਸ ਦੀਆਂ ਡਿਟੇਲਸ ਮੈਂ ਲੈ ਲਾਂਗਾ ਐਸਐਸਪੀ ਮਾਨਸਾ ਤੋਂ, ਜੋ ਵੀ ਫੈਕਟਸ ਹੋਣਗੇ ਸ਼ੇਅਰ ਕੀਤੇ ਜਾਣਗੇ, ਕਿਉਂਕਿ ਉਹ ਆਪਣੇ ਲੈਵਲ ਤੇ ਉਹਨਾਂ ਨੇ ਜੇ ਕੋਈ ਡਿਸੀਜਨ ਲਿਆ ਹੈ ਉਹਦਾ ਕੀ ਰੈਸ਼ਨਲ ਆ ਉਹੀ ਦੱਸ ਸਕਦੇ ਆ ਉਸ ਚੀਜ਼ ਜੀ ਸਾਹਿਬ, ਜਿੱਦਾਂ ਤੁਸੀਂ ਲਗਾਤਾਰ ਹੀ ਕਹਿ ਰਹੇ ਹੋ ਕਿ ਅਸੀਂ ਰਿਕਵਰੀਜ਼ ਕੀਤੀਆਂ, ਲੇਕਿਨ ਉੱਪਰੀ ਲੈਵਲ ਤੇ ਤੁਹਾਡੀ ਕੋਈ ਮੋਨੀਟਰਿੰਗ ਹੁੰਦੀ ਹੈ? ਕਿਉਂਕਿ ਕਈ ਇਲਜ਼ਾਮ ਹੁਣ ਵੀ ਲੱਗਦੇ ਆ ਰਹੇ ਹੈ ਲੋਕਾਂ ਵੱਲੋਂ, ਜਾਂ ਕਿ ਵੀ ਹਜੇ ਵੀ ਡਰੱਗਸ ਵਿਕ ਰਿਹਾ ਹੈ ਤੇ ਹੋਰ ਵੀ ਕਈ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਉਂਦੀ ਹੈ। ਉੱਪਰੀ ਲੈਵਲ ਤੇ ਕੋਈ ਮੋਨੀਟਰਿੰਗ ਹੁੰਦੀ ਹੈ ਸਰ ਕਿ ਜਿਹੜੀ ਨਹੀਂ ਦੇਖੋ ਸਾਡੇ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ, ਸਾਡਾ ਇੱਕ ਤਾਂ ਸਾਡਾ ਸਪੈਸ਼ਲ ਜਿਹੜਾ ਵਿੰਗ ਹੈ ਐਸਟੀਐਫ ਆ, ਐਸਟੀਐਫ ਲੈਵਲ ਤੇ ਤਾਂ ਅਸੀਂ ਇਸ ਲੈਵਲ ਤੱਕ ਮੋਨੀਟਰਿੰਗ ਕਰ ਰਹੇ ਹਾਂ ਕਿ ਈਵਨ ਡਰੱਗਸ ਦੇ ਕੇਸਿਸ ਦੇ ਵਿੱਚ ਕਿੰਨੀ ਰਿਕਵਰੀਜ਼ ਹੋਈਆਂ। ਪਲੱਸ ਹੁਣ ਅਸੀਂ ਜਿਹੜਾ ਨਵਾਂ ਇੱਕ ਹੋਰ ਸ਼ੁਰੂ ਕੀਤਾ ਕਿ ਡਿਫਾਲਟ ਬੇਲਸ ਕਈ ਵਾਰੀ ਹੋ ਜਾਂਦੀਆਂ, ਜਿਹਦੇ 'ਚ 90 ਦਿਨ ਦਾ ਟਾਈਮ ਹੁੰਦਾ ਜਾਂ 180 ਦਿਨ ਦਾ ਟਾਈਮ ਹੁੰਦਾ, ਜਿਹਦੇ ਵਿੱਚ ਕੋਰਟ 'ਚ ਚਲਾਨ ਪ੍ਰੈਜ਼ੈਂਟ ਕਰਨਾ ਹੁੰਦਾ। ਸੋ ਉਹਦਾ ਵੀ ਅਸੀਂ ਸਪੈਸ਼ਲ ਹੁਣ ਐਨਾਲਿਸਿਸ ਕਰ ਰਹੇ ਹਾਂ ਕਿ ਪਿਛਲੇ ਟਾਈਮ ਦੇ ਵਿੱਚ ਕਿੰਨੀਆਂ ਡਿਫਾਲਟ ਬੇਲਸ ਹੋਈਆਂ, ਜਿਹੜੇ ਕੰਸਰਨਡ ਆਫੀਸਰਸ ਆ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ ਗਿਆ, ਜਿੱਥੇ ਐਕਸ਼ਨ ਨਹੀਂ ਲਿਆ ਗਿਆ ਹੁਣ ਤੱਕ ਉੱਥੇ ਅਸੀਂ ਇਨਸ਼ੋਰ ਕਰਾਂਗੇ। ਡੀਜੀਪੀ ਸਾਹਿਬ ਵੱਲੋਂ ਹਦਾਇਤਾਂ ਹੈ, ਬਕਾਇਦਾ ਉਹਨਾਂ ਵੱਲੋਂ ਸਾਰਿਆਂ ਨੂੰ ਇੱਕ ਸਖਤ ਹਦਾਇਤਾਂ ਜਾਣਗੀਆਂ।